सतनाम श्री वाहिगुरु साहिब जीओ। तुद आगे अरदास हमारी, जियो पिंड सब तेरा। कहो नानक सब तेरी वड्याई, कोई नाउ ना जाने मेरा सुख दाता पै भंजनो। तिस आगे करे अरदास, मेहर करे जिस मेहरबान। तां कारज आवे रास, मेहर करे जिस मेहरबान। तां कारज आवे रास। जुगो जुग अटल चवर छत्र तखत दे मालक, दसां पातशाहियां जी दी जोत। हाजर नाजर श्री गुरु ग्रंथ साहिब महाराज जी दे पावन पवित्र सतगुरां दे सन्मुख हजूरी अंदर जुड़ बैठे गुरु प्यारी गुरु सवारी, गुरु की साजी साज के निवाजी गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलां दे नाल मन विरतियां कागर करके जुड़ करके बहन दी कृपालता करिए। समय और ਸਵਾਸਾਂ ਨੂੰ ਸਫਲਾ ਕਰੀਏ, ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਕਰੀਏ। ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰਨਾ ਕਰੀਏ। ਆਪ ਸੰਗਤ ਨੇ ਜੋ ਹੁਣ ਤੱਕ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰਨਾ ਕੀਤੀ ਹੈ, ਉਹ ਵਿਚਾਰ ਇਥੋਂ ਤੱਕ ਸੀ ਕਿ ਜਿਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਸਤਿਗੁਰੂ ਜੀ ਇੱਧਰ ਪਾਉਂਟਾ ਸਾਹਿਬ ਦੀ ਧਰਤੀ ਤੋਂ ਚਾਲੇ ਪਾ ਕੇ ਆਪਣੇ ਸਿੱਖ ਸੂਰਮਿਆਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਸਤਿਗੁਰੂ ਜੀ ਵੱਧ ਰਹੇ ਨੇ। ਇੱਧਰ ਆ ਰਹੇ ਨੇ ਸਤਿਗੁਰੂ ਜੀ ਤੇ ਰਸਤੇ ਵਿੱਚ ਅਨੇਕ ਪ੍ਰਕਾਰ ਦੇ ਕੌਤਕ ਰਚ ਰਹੇ ਨੇ। ਹੁਣ ਜਿਵੇਂ ਜਿਵੇਂ ਜੀ ਦੀ ਜਿੱਦਾਂ ਦੀ ਭਾਵਨਾ, ਜਿੱਦਾਂ ਦੇ ਕਰਮ ਨੇ, ਜਿੱਦਾਂ ਦੇ ਮਸਤਕ ਦੇ ਲੇਖ ਆ, ਉਹਦੇ ਮੁਤਾਬਕ ਉਹ ਮਨੁੱਖ ਸਤਿਗੁਰ ਦੇ ਸਨਮੁਖ ਵਿਚਰਦੇ ਆ ਤੇ ਸਤਿਗੁਰ ਜੀ ਉਹਦੇ ਮੁਤਾਬਕ ਉਹਨਾਂ ਨੂੰ ਆਨੰਦ ਪ੍ਰਦਾਨ ਕਰੀ ਜਾਂਦੇ ਨੇ। ਚਲਦੇ ਚਲਦੇ ਉਹ ਸਤਿਗੁਰ ਜੀ ਦਾ ਕਾਫੀ ਵੱਡੀ ਬਖਸ਼ਿਸ਼ ਰਹਿਮਤ ਵਰਤਾਉਂਦੇ ਆ ਰਹੇ ਨੇ। ਤੇ ਹੁਣ ਇਸ ਨਗਰ ਵਿਖੇ ਪਹੁੰਚੇ ਜਿਸ ਦਾ ਨਾਮ ਹੈ ਰਾਏਪੁਰ। ਇੱਥੇ ਇੱਕ ਰਾਣੀ ਨੂੰ ਸਤਿਗੁਰੂ ਜੀ ਨੇ ਸ਼ੁਭ ਬਚਨਾਂ ਦੇ ਨਾਲ ਨਿਵਾਜਣਾ ਕੀਤਾ। ਕੱਲ ਦੀ ਜੋ ਪਿਛਲੀ ਵਿਚਾਰ ਲੜੀਵਾਰ ਆਪ ਸੰਗਤ ਨੇ ਸਰਵਣ ਕੀਤੀ ਹੈ, ਉਹਦੇ ਵਿੱਚ ਆਪਾਂ ਇਹ ਵਿਚਾਰ ਸਰਵਣ ਕੀਤੀ। ਰਾਣੀ ਨੂੰ ਸਤਿਗੁਰੂ ਨੇ ਸ਼ੁਭ ਬਚਨਾਂ ਦੇ ਨਾਲ ਨਿਵਾਜਣਾ ਕੀਤਾ। ਸਤਿਗੁਰੂ ਜੀ ਨੇ ਸ਼ੁਭ ਅਸੀਸਾਂ ਪ੍ਰਦਾਨ ਕੀਤੀਆਂ। ਏਦਾਂ ਕਰਕੇ ਉਹ ਰਾਣੀ ਨੇ ਸਤਿਗੁਰ ਤੋਂ ਬਖਸ਼ਿਸ਼ ਰਹਿਮਤ ਪ੍ਰਾਪਤ ਕੀਤੀ ਸਤਿਗੁਰੂ ਦੀ ਸੇਵਾ ਕਰਕੇ। ਹੁਣ ਸਤਿਗੁਰੂ ਜੀ ਵੱਡੇ ਲਸ਼ਕਰ ਸਮੇਤ ਰਾਏਪੁਰ ਨਗਰ ਤੋਂ ਉਸ ਵਕਤ ਚਾਲੇ ਪਾਉਣ ਦੀ ਵਿਚਾਰ ਕਰਨ ਲੱਗੇ ਨੇ। ਰਾਣੀ ਤੋਂ ਸੇਵਾ ਪ੍ਰਾਪਤ ਕੀਤੀ ਸਤਿਗੁਰੂ ਨੇ, ਜਲ ਪਾਣੀ ਪ੍ਰਸ਼ਾਦੇ ਪਾਣੀ ਦੀ, ਤੇ ਰਾਣੀ ਨੇ ਵੀ ਪ੍ਰਸ਼ਾਦੇ ਪਾਣੀ ਦੀ ਸੇਵਾ ਕਰਕੇ ਬੜੇ ਆਨੰਦ ਪ੍ਰਾਪਤ ਕੀਤੇ ਨੇ, ਖੁਸ਼ੀ ਪ੍ਰਾਪਤ ਕੀਤੀ ਹੈ। ਹੁਣ ਸਤਿਗੁਰੂ ਜੀ ਇਥੋਂ ਰਾਏਪੁਰ ਤੋਂ ਚਾਲੇ ਪਾਉਣ ਲੱਗੇ ਨੇ। ਗੁਰੂ ਸਤਿਗੁਰੂ ਜੀ ਨੇ ਘੋੜੇ ਦੀ ਸਵਾਰੀ ਕੀਤੀ ਹੈ, ਨੀਲਾ ਘੋੜਾ ਪ੍ਰਾਪਤ ਕੀਤਾ। ਸਤਿਗੁਰੂ ਜੀ ਨੇ ਕਲਗੀ ਜਿਗਾ ਸਜਾ ਲੈਣਾ ਕੀਤੀ, ਲੰਮਾ ਚੋਲਾ ਪਹਿਨਿਆ, ਚੂੜੀਦਾਰ ਪਜਾਮਾ ਏ। ਦੋ ਸਤਿਗੁਰੂ ਜੀ ਨੇ ਇਦਾਂ ਦੀਆਂ ਵਿਚਾਰਾਂ ਪ੍ਰਾਪਤ ਕੀਤੀਆਂ ਕਿ
ਉਹ ਦੇਖਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਦਾਂ ਪ੍ਰਤੀਤ ਹੁੰਦੇ ਨੇ ਜਿਵੇਂ ਸੱਜ ਧੱਜ ਕੇ ਸ਼ਾਸਤਰਾਂ ਦੇ ਨਾਲ ਲੈਸ ਹੋ ਕੇ ਸਤਿਗੁਰੂ ਜੀ ਕਿਸੇ ਜੰਗ ਮੈਦਾਨ ਦੇ ਵਿੱਚ ਜਾ ਰਹੇ ਹੋਣ ਵੱਡੀ ਫਤਿਹ ਪ੍ਰਾਪਤ ਕਰਨ ਵਾਸਤੇ। ਇਦਾਂ ਸਤਿਗੁਰੂ ਨੇ ਸ਼ਾਸਤਰ ਵਸਤਰ ਧਾਰਨ ਕੀਤੇ ਨੇ। ਸਤਿਗੁਰ ਦੀ ਕਿਰਪਾ ਰਹਿਮਤ ਵਰਤਣਾ ਕੀਤੀ ਹੈ। ਸਿੱਖਾਂ ਨੇ ਵੀ ਸਤਿਗੁਰ ਦੇ ਸ਼ੁਭ ਉਪਦੇਸ਼ ਨੂੰ ਪ੍ਰਾਪਤ ਕਰਕੇ ਸਤਿਗੁਰ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕੀਤੀ। ਜਿਵੇਂ ਜਿਵੇਂ ਸਤਿਗੁਰ ਦੇ ਵਚਨ ਹੈ ਤਿਵੇਂ ਤਿਵੇਂ ਸਤਿਗੁਰ ਦੇ ਸਿੱਖ ਵੀ ਵਰਤਦੇ ਆ। ਹੁਣ ਜਿਵੇਂ ਸਤਿਗੁਰ ਨੇ ਉਪਦੇਸ਼ ਦਿੱਤਾ ਸਿੱਖਾਂ ਨੂੰ, ਸਿੱਖੋ ਚਾਲੇ ਪਾਉਣੇ ਬਾਈ ਅੱਗੇ। ਉਹਨਾਂ ਸਿੱਖਾਂ ਨੇ ਵੀ ਤਿਆਰੀ ਕੀਤੀ, ਸਾਜੋ ਸਮਾਨ ਜੋ ਵੀ ਲਸ਼ਕਰ ਦਾ ਹੈ, ਘੋੜੇ ਆ, ਹਾਥੀ, ਊਠ, ਉਹਨਾਂ ਦੀਆਂ ਤਿਆਰੀਆਂ ਕਰਵਾਈਆਂ। ਇਧਰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਣਾ ਚਾਹੁੰਦੇ ਨੇ। ਸਤਿਗੁਰੂ ਜੀ ਦੇ ਦਰਸ਼ਨ ਕਰਦੀਆਂ ਸੰਗਤਾਂ ਰਸਤੇ ਵਿੱਚ ਕਈ ਆਪਣੇ ਵੱਡੇ ਉਤਮ ਭਾਗ ਮੰਨ ਕੇ ਸਤਿਗੁਰ ਦੇ ਸਨਮੁਖ ਪਹੁੰਚ ਕੇ ਹੀਰੇ ਜਵਾਹਰਾਤ, ਸੋਨਾ, ਚਾਂਦੀ, ਧਨ ਦੌਲਤ ਇਦਾਂ ਦੀਆਂ ਬੇਸ਼ੁਮਾਰ ਕੀਮਤੀ ਭੇਟਾਂ ਮਾਰਪਣ ਕਰਦੇ ਸਤਿਗੁਰੂ ਜੀ ਨੂੰ। ਕਈ ਸਤਿਗੁਰ ਦੇ ਇਦਾਂ ਦੇ ਅਨੰਨ ਪਿਆਰੇ ਸਿੱਖ ਸੇਵਕ ਹੈ ਜਿਨ੍ਹਾਂ ਦੇ ਵਿੱਚ ਜਿੱਦਾਂ ਦੀ ਸਮਰੱਥਾ ਹੈ, ਜਿੱਦਾਂ ਦੀ ਪਹੁੰਚ ਹੈ, ਜਿੱਦਾਂ ਦੀ ਉਹਨਾਂ ਵਿੱਚ ਤਾਕਤ ਹੈ, ਉਹਦੇ ਮੁਤਾਬਕ ਉਨੀ ਕੋ ਸੇਵਾ ਕਰਦੇ ਆ, ਉਨੀ ਕੁ ਵਿਚਾਰ ਸਤਿਗੁਰ ਦੀ ਪ੍ਰਾਪਤ ਕਰਦੇ ਆ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਸਤਿਗੁਰ ਜੀ, ਕਲਗੀਧਰ ਸਤਿਗੁਰੂ ਜੀ ਇਦਾਂ ਉਸ ਵਕਤ ਰਸਤੇ ਵਿੱਚ ਜਿੱਦਾਂ ਬਖਸ਼ਿਸ਼ਾਂ ਕਰਦੇ ਆ ਰਹੇ ਨੇ। ਇਦਾਂ ਸਮਾਂ ਬਤੀਤ ਹੁੰਦਾ ਜਾ ਰਿਹਾ। ਹੁਣ ਜਿਵੇਂ ਜਿਵੇਂ ਪਤਾ ਲੱਗਦਾ ਸਤਿਗੁਰੂ ਜੀ ਇੱਧਰ ਪਧਾਰ ਰਹੇ ਨੇ, ਤਿਵੇਂ ਸੰਗਤਾਂ ਆ ਰਹੀਆਂ ਨੇ। ਚਲਦੇ ਚਲਦੇ ਸਤਿਗੁਰੂ ਜੀ ਵੱਡੇ ਲਸ਼ਕਰ ਸਮੇਤ ਰਸਤੇ ਵਿੱਚ ਵੱਡੇ ਕੁੱਦ ਕਰਦੇ ਨੇ। ਹੁਣ ਕੱਚਾ ਰਸਤਾ ਏ। ਜਦੋਂ ਸਤਿਗੁਰੂ ਦੀ ਫੌਜ ਘੋੜਿਆਂ ਤੇ ਸਵਾਰ ਹੋ ਕੇ ਚੱਲਦੀ ਹੈ, ਘੋੜਿਆਂ ਨੂੰ ਕਦਾਉਂਦੀ ਹੈ, ਦੜਾਉਂਦੀ ਹੈ, ਉਹ ਘੋੜਿਆਂ ਦੇ ਕੁੱਦਣ ਦੇ ਨਾਲ, ਦੌੜਨ ਦੇ ਨਾਲ, ਘੋੜਿਆਂ ਦੇ ਪੌੜਾਂ ਨਾਲ ਜਿਹੜੀ ਮਿੱਟੀ ਹੈ ਉੱਡਦੀ ਧੂੜ ਬਣ ਕੇ, ਵੱਡਾ ਗੁੰਬਾਰ ਬਣ ਕੇ ਧੂੜ ਦਾ ਉੱਡਦਾ ਅਸਮਾਨ ਦੇ ਉੱਤੇ ਜਾ ਕੇ ਉਹ ਧੂੜ ਅਸਮਾਨ ਨੂੰ ਢੱਕ ਲੈਂਦੀ, ਸੂਰਜ ਨੂੰ ਵੀ। ਇਦਾਂ ਦਾ ਵਿਚਾਰ ਦੇਖਣ ਨੂੰ ਮਿਲਦਾ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਰਸਤੇ ਵਿੱਚ ਚੱਲਦੇ ਚੱਲਦੇ ਆਓ ਸ਼੍ਰੀ ਕੀਰਤਪੁਰ ਦੀ ਧਰਤੀ ਤੇ ਪਹੁੰਚੇ ਨੇ, ਜਿੱਥੇ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਦਾ ਉੱਥੇ ਨਜ਼ਦੀਕ ਆਪਣੇ ਪਿਤਾਮਾ ਸ਼੍ਰੀ ਗੁਰੂ ਆਪਣੇ ਦਾਦਾ ਜੀ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਦਾ ਸਥਾਨ ਨੇ। ਉੱਥੇ ਪਹੁੰਚੇ ਨੇ। ਉੱਥੇ ਕਹਿੰਦੇ ਨਾਲ ਹੀ ਸੂਰਜ ਮਲ ਜੀ ਦੇ ਪੋਤਰੇ ਨੇ, ਭਾਈ ਗੁਲਾਬ ਰਾਏ ਜੀ, ਭਾਈ ਸਿਆਮ ਸਿੰਘ ਜੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਹ ਵੀ ਕਹਿ ਲਈਏ ਕਿ ਇੱਕ ਇਦਾਂ ਦੀ ਉਹਨਾਂ ਦੀ ਉਮਰ ਦੇ ਨੇ, ਇਦਾਂ ਦੀ ਵਿਚਾਰ ਦੇ ਨੇ। ਤੇ ਜੇ ਇਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਕੀਰਤਪੁਰ ਦੀ ਧਰਤੀ ਤੇ ਪਹੁੰਚੇ, ਨਜ਼ਦੀਕ ਅਨੰਦਪੁਰ ਸਾਹਿਬ ਦੀ ਧਰਤੀ ਦੇ। ਹੁਣ ਇੱਥੇ ਜਦੋਂ ਪਹੁੰਚੇ ਭਾਈ ਗੁਲਾਬ ਸਿੰਘ, ਭਾਈ ਇਦਾਂ ਦੀ ਵਿਚਾਰ ਕਰਕੇ ਗੁਲਾਬ ਰਾਏ, ਭਾਈ ਸਿਆਮ ਸਿੰਘ, ਉਹਨਾਂ ਨੇ ਸਤਿਗੁਰ ਦੀ ਆਓ ਭਗਤ ਕੀਤੀ, ਜੀ ਆਇਆ ਮੋਸਟ ਵੈਲਕਮ ਆਖਿਆ। ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਉੱਥੇ ਸਿੱਖਾਂ ਨੂੰ ਉਪਦੇਸ਼ ਦਿੱਤਾ, ਸਿੱਖੋ ਵੱਡੇ ਪੱਧਰ ਤੇ ਕੜਾ ਪ੍ਰਸ਼ਾਦੀ ਦੇਗ ਤਿਆਰ ਕਰਾਓ। ਦੇਗ ਤਿਆਰ ਕਰਵਾਈ ਜਾਵੇ। ਹੁਣ ਸਤਿਗੁਰੂ ਜੀ ਨੇ ਉੱਥੇ ਘੋੜੇ ਤੋਂ ਉਤਰ ਕੇ ਸਭ ਤੋਂ ਪਹਿਲਾਂ ਸੁੰਦਰ ਜਲ ਦੇ ਵਿੱਚ ਇਸ਼ਨਾਨ ਕੀਤਾ। ਕੀਰਤਪੁਰ ਦੀ ਧਰਤੀ ਵਿਖੇ ਸੁੰਦਰ ਜਲ ਦੇ ਵਿੱਚ, ਠੰਡੇ ਸੀਤਲ ਨਿਰਮਲ ਜਲ ਦੇ ਵਿੱਚ ਇਸ਼ਨਾਨ ਕੀਤਾ। ਤੇ ਸਤਿਗੁਰੂ ਜੀ ਨੇ ਸਿੱਖਾਂ ਨੂੰ ਉਪਦੇਸ਼ ਦਿੱਤਾ, ਭਾਈ ਪੂਰਨ ਤੌਰ ਤੇ ਸੁਚਮ ਧਾਰਨ ਕੇ ਇਸ਼ਨਾਨ ਪਾਣ ਕਰਕੇ ਵੱਡੇ ਪੱਧਰ ਤੇ ਕੜਾ ਪ੍ਰਸ਼ਾਦੀਆਂ ਦੇਗਾਂ ਤਿਆਰ ਕਰਵਾਓ। ਦੇਗਾਂ ਵੱਡੇ ਪੱਧਰ ਤੇ ਤਿਆਰ ਕੀਤੀਆਂ ਗਈਆਂ। ਉਸ ਵੇਲੇ
ਸਤਿਗੁਰ ਦੇ ਹੁਕਮ ਦੇ ਆਧਾਰ ਤੇ ਬਾਅਦ ਵਿੱਚ ਗੁਰਬਾਣੀ ਦਾ ਜਾਪ ਕਰਕੇ, ਦੀਵਾਨ ਸਜਾ ਕਰਕੇ ਉਕੜਾ ਪ੍ਰਸ਼ਾਦੀਆਂ ਦੇਗਾਂ ਵਰਤਾਈਆਂ ਗਈਆਂ ਤੇ ਸਭਨਾਂ ਨੇ ਦੇਗਾਂ ਪ੍ਰਾਪਤ ਕਰਕੇ ਆਨੰਦ ਪ੍ਰਾਪਤ ਕੀਤਾ, ਸਤਿਗੁਰ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ। ਹੁਣ ਭਾਈ ਗੁਲਾਬ ਰਾਏ ਸਿਆਮ ਸਿੰਘ ਸੂਰਜਮਲ ਜੀ ਦੇ ਪੁੱਤਰੇ, ਉਹਨਾਂ ਨੇ ਸਤਿਗੁਰ ਦੇ ਸਨਮੁਖ ਬੇਨਤੀ ਕੀਤੀ, ਸਤਿਗੁਰ ਜੀ ਬਹੁਤ ਵੱਡਾ ਲੰਮੇ ਸਮੇਂ ਤੋਂ ਵਿਛੋੜਾ ਪਾ ਕੇ ਗਏ ਸਾਂ, ਪੌਂਟਾ ਸਾਹਿਬ ਦੀ ਧਰਤੀ ਤੇ ਬੜੇ ਲੰਮੇ ਸਮੇਂ ਬਾਅਦ ਮੁੜ ਕੇ ਆਏ ਹੋ। ਆਪ ਜੀ ਦੀ ਕਿਰਪਾ ਦੇ ਨਾਲ, ਤੁਹਾਡੇ ਦਰਸ਼ਨਾਂ ਦੇ ਨਾਲ ਜਿਉਂਦੇ ਸੀ, ਜਦੋਂ ਦੇ ਪੌਂਟਾ ਸਾਹਿਬ ਗਏ ਹੋ ਦਰਸ਼ਨ ਹੋਣਾ ਬੰਦ ਹੋ ਗਏ ਤੇ ਹੁਣ ਸਤਿਗੁਰੂ ਜੀ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਇਹ ਮਨ ਦੇ ਵਿੱਚ ਬਹੁਤ ਵੱਡੀ ਦੁੱਖ ਦੀ ਪੀੜ ਲੱਗ ਰਹੀ ਸੀ, ਵਿਛੋੜੇ ਦੀ ਪੀੜ ਲੱਗ ਰਹੀ ਸੀ। ਇਹ ਦਰਦ ਵਿਛੋੜਾ ਮੌਤ ਤੋਂ ਵੀ ਭੈੜਾ ਏ। ਮੌਤ ਦੇ ਨਾਲ ਤੇ ਮਨੁੱਖ ਇੱਕ ਦਫਾ ਮਰ ਜਾਵੇਗਾ, ਖਤਮ ਹੋ ਜਾਵੇਗਾ, ਪਰ ਜਿਹੜਾ ਵਿਛੋੜੇ ਦਾ ਦਰਦ ਹੈ ਨਾ, ਇਹ ਰੋਜ਼ ਮਨੁੱਖ ਨੂੰ ਮਾਰਦਾ ਏ, ਰੋਜ਼ ਮਨੁੱਖ ਨੂੰ ਦੁੱਖ ਦਿੰਦਾ ਏ। ਮੌਤ ਨਾਲੋਂ ਵੀ ਭੈੜਾ ਦੁੱਖ ਹੈ ਤੜਫ, ਹਿਰਦੇ ਵਿੱਚ ਤਾਂਗ ਖਿੱਚ ਬਹੁਤ ਭੈੜੀ ਹੈ। ਇਸ ਕਰਕੇ ਸਤਿਗੁਰੂ ਜੀ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਬੜਾ ਦੁੱਖ ਪ੍ਰਾਪਤ ਕੀਤਾ, ਬੜਾ ਇਦਾਂ ਦੀ ਘਾਟ ਪ੍ਰਾਪਤ ਕੀਤੀ ਹੈ। ਬਹੁਤ ਮਹਿਸੂਸ ਹੋਇਆ ਕਿ ਤੁਸੀਂ ਸਾਡੇ ਸਨਮੁਖ ਨਹੀਂ, ਅਸੀਂ ਤੁਹਾਡੇ ਦਰਸ਼ਨ ਨਹੀਂ ਕਰ ਸਕੇ, ਪਰ ਅੱਜ ਉਤਮ ਭਾਗ ਜਾਗੇ ਨੇ, ਪਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ। ਸਾਡੇ ਭਾਗ ਹੋ ਗਏ ਨੇ, ਵੱਡੇ ਭਾਗ ਉਤਮ ਭਾਗ ਜਾਗ ਪਏ ਨੇ, ਗੁਰ ਸੰਤ ਮਿਲਾਇਆ। ਸਤਿਗੁਰੂ ਜੀ ਤੁਹਾਡੇ ਨਾਲ ਸਾਨੂੰ ਮਿਲਾ ਦਿੱਤਾ ਏ, ਪ੍ਰਭ ਅਬਨਾਸੀ ਘਰ ਮੈਂ ਪਾਇਆ, ਘਰ ਬੈਠੇ ਹੀ ਤੁਹਾਡੀ ਪ੍ਰਾਪਤੀ ਹੋ ਗਈ, ਆ ਬਖਸ਼ਿਸ਼ ਰਹਿਮਤ ਹੋ ਗਈ। ਹਿਰਦੇ ਰੂਪੀ ਘਰ ਦੇ ਵਿੱਚ ਬੈਠੇ ਹੀ ਸਤਿਗੁਰੂ ਜੀ ਤੁਹਾਡੀ ਬਖਸ਼ਿਸ਼ ਪ੍ਰਾਪਤ ਹੋ ਗਈ, ਬਹੁਤੀ ਘਾਲਣਾ ਘਾਲਣ ਦੀ ਲੋੜ ਹੀ ਨਹੀਂ ਪਈ। ਏਦਾਂ ਕਰਕੇ ਸਿਆਮ ਰਾਏ, ਉਸ ਵਕਤ ਸਿਆਮ ਸਿੰਘ ਗੁਲਾਬ ਰਾਏ ਜੀ ਏਦਾਂ ਕਰਕੇ ਸੂਰਜਮਲ ਦੇ ਪੁੱਤਰੇ ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗੇ ਨੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦੀ ਮਨ ਦੀ ਵਿਚਾਰ ਨੂੰ ਜਾਣਦੇ ਨੇ, ਸਮਝਦੇ ਨੇ, ਕਿਉਂਕਿ ਜੇ ਇਸ ਮਨੁੱਖ ਦੇ ਮਨ ਵਿੱਚ ਪੀੜਾ ਲੱਗੀ ਹੈ ਤੇ ਉਹਦਾ ਇਸ਼ਟ, ਉਹਦਾ ਗੁਰੂ ਜਾਣੇ ਨਾ, ਇਹ ਤੇ ਗੱਲ ਹੋ ਨਹੀਂ ਨਾ ਸਕਦੀ। ਪਰ ਇੱਥੇ ਸ਼ਰਤ ਹੈ, ਗੁਰੂ ਪੂਰਾ ਹੋਣਾ ਚਾਹੀਦਾ। ਪੂਰੇ ਗੁਰੂ ਦੇ ਮਨ ਦੀ ਜਿਹੜੀ ਵਿਚਾਰ ਉਹ ਸਭ ਕੁਝ ਪੂਰਾ ਗੁਰੂ ਆਪਣੇ ਸੇਵਕ ਦੀ ਮਨ ਦੀ ਵਿਚਾਰ ਨੂੰ ਪੜ੍ਹ ਲੈਂਦਾ, ਮਾਪ ਲੈਂਦਾ, ਵਿਚਾਰ ਕਰਕੇ ਦੇਖ ਲੈਂਦਾ। ਜਿਵੇਂ ਕਹਿੰਦੇ ਮਾਂ ਨੂੰ ਪਤਾ ਕਿ ਬੱਚੇ ਨੂੰ ਕੀ ਵਸਤ ਦੀ ਲੋੜ ਹੈ, ਛੋਟਾ ਜਿਹਾ ਬੱਚਾ ਬਾਲ ਅਵਸਥਾ ਵਿੱਚ, ਮਾਂ ਨੂੰ ਪਤਾ ਹੈ ਰੋਂਦਾ ਏ, ਇਹਨੂੰ ਭੁੱਖ ਲੱਗੀ ਹੈ, ਦੁੱਧ ਦੀ ਲੋੜ ਹੈ। ਮਾਂ ਨੂੰ ਪਤਾ ਇਹਦੀ ਅਵਸਥਾ ਕਿੱਦਾਂ ਦੀ, ਹੁਣ ਇਹਨੂੰ ਕੀ ਲੋੜ ਹੈ। ਉਹ ਸਾਰੀਆਂ ਗੱਲਾਂ ਜਾਣਦੀ ਬੱਚੇ ਪ੍ਰਤੀ। ਇਸੇ ਤਰ੍ਹਾਂ ਗੁਰੂ ਸਾਹਿਬ ਆਪਣੇ ਸੇਵਕਾਂ ਦੇ ਪ੍ਰਤੀ ਸਾਰੀਆਂ ਗੱਲਾਂ ਜਾਣਦੇ ਨੇ। ਸਾਡੇ ਸੇਵਕ ਨੂੰ ਕਿਹੜਾ ਦੁੱਖ ਹੈ, ਕਿਹੜੀ ਪੀੜਾ ਹੈ, ਕਿੱਦਾਂ ਦੀ ਵਿਚਾਰ ਹੈ, ਕਿੱਦਾਂ ਦੀ ਵਿਚਾਰ ਦੇ ਨਾਲ ਸੰਸਾਰ ਦੇ ਵਿੱਚ ਅੱਗੇ ਚੱਲ ਰਿਹਾ ਤੇ ਅੱਗੇ ਜਾਵੇਗਾ। ਸਤਿਗੁਰੂ ਜੀ ਨੂੰ ਸਭ ਪਤਾ ਹੈ। ਉਦੋਂ ਕੋਈ ਲੁਕਿਆ ਛੁਪਿਆ ਵਿਚਾਰ ਨਹੀਂ ਹੈ, ਕੁਝ ਲੁਕੀ ਛੁਪੀ ਗੱਲ ਨਹੀਂ। ਸਤਿਗੁਰੂ ਦੀ ਸਭ ਦਾਈ ਜਾਣਦੇ ਨੇ, ਜਾਣਦੇ ਗੁਰੂ ਸਤਿਗੁਰੂ ਦੀ ਸਭ ਵਿਚਾਰ ਨੂੰ, ਕੌਣ ਚੰਗਾ ਕੌਣ ਮੰਦਾ। ਹੁਣ ਇਸ ਆਧਾਰ ਤੇ ਗੁਰੂ ਪਿਆਰਿਓ ਸਤਿਗੁਰੂ ਜੀ ਸਭ ਜਾਣਦੇ ਨੇ। ਉਸ ਵਕਤ ਗੁਲਾਬ ਰਾਏ ਸਿਆਮ ਸਿੰਘ ਉਹਨਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਤੁਹਾਡੇ ਤੋਂ ਬਿਨਾਂ ਸਾਡਾ ਬੜਾ ਮਨ ਉਦਾਸ ਰਹਿੰਦਾ ਸੀ। ਸਤਿਗੁਰੂ ਜੀ ਸਮਝ ਗਏ, ਕਹਿੰਦੇ ਲਓ ਫਿਰ ਹੁਣ ਇਉਂ ਕਰੋ, ਚੱਲੋ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਾਡੇ ਨਾਲ, ਉੱਥੇ ਚੱਲ ਕੇ ਖਾਲਸਾ ਪੰਥ ਦੇ ਵੱਡੇ ਵੱਡੇ ਕਾਰਜ ਕਰਾਂਗੇ। ਲਓ ਹੁਣ ਤੁਹਾਡੇ ਤੋਂ ਕਿਤੇ ਜਾਂਦੇ ਹੀ ਨਹੀਂ।
ਇੱਥੇ ਹੀ ਰਵਾਂਗੇ, ਆਨੰਦਪੁਰ ਦੀ ਧਰਤੀ ਦੇ ਆਨੰਦ ਪ੍ਰਦਾਨ ਕਰਾਂਗੇ, ਆਨੰਦ ਮਾਣਾਂਗੇ, ਕਿਤੇ ਜਾਣ ਦੀ ਲੋੜ ਹੀ ਨਹੀਂ ਪੈਣੀ, ਨਾ ਹੀ ਜਾਵਾਂਗੇ, ਹੁਣ ਨਹੀਂ ਕਿਤੇ ਜਾਣਾ। ਸਤਿਗੁਰੂ ਜੀ ਨੇ ਵਚਨ ਕੀਤੇ, ਕਹਿੰਦੇ ਵੱਡੇ ਵੱਡੇ ਕਾਰਜ ਕਰਨੇ, ਵੱਡੇ ਵੱਡੀਆਂ ਵਿਚਾਰਾਂ ਪ੍ਰਾਪਤ ਕਰਨੀਆਂ, ਇੱਥੇ ਵੱਡੇ ਵੱਡੇ ਕੌਤਕ ਰਚਣੇ ਆ। ਉਸ ਵੇਲੇ ਸਤਿਗੁਰੂ ਜੀ ਦੇ ਕੋਲ ਨਾਲ ਰਣਜੀਤ ਨਗਾਰਾ ਏ। ਸਤਿਗੁਰ ਨੇ ਉਹ ਨਗਾਰੇ ਦੇ ਉੱਤੇ ਚੋਟ ਮਰਵਾਈ ਸਿੱਖਾਂ ਨੂੰ ਕਹਿ ਕੇ। ਜਦੋਂ ਚੋਟ ਮਾਰੀ ਹੈ, ਉਹ ਰਣਜੀਤ ਨਗਾਰੇ ਦੀ ਇੰਨੀ ਵੱਡੀ ਵੇਸ ਹੈ, ਧਮਕ ਹੈ ਕਿ ਨਜ਼ਦੀਕ ਦੇ ਜਿੰਨੇ ਵੀ ਰਾਜੇ ਉਹਨਾਂ ਦੇ ਦਿਲ ਕੰਬ ਜਾਂਦੇ ਸਨ ਜਦੋਂ ਰਣਜੀਤ ਨਗਾਰਾ ਵੱਜਦਾ। ਇੱਕ ਤੇ ਉਹ ਰਣਜੀਤ ਨਗਾਰੇ ਦੀ ਆਪਦੀ ਤਾਕਤ ਹੈ, ਦੂਜੀ ਸਤਿਗੁਰ ਦੀ ਕਿਰਪਾ, ਦੋਨੋਂ ਮਿਕਸ ਹੋ ਕੇ ਜਦੋਂ ਰਣਜੀਤ ਨਗਾਰੇ ਦੀ ਧੁਨ ਪੈਦਾ ਹੁੰਦੀ ਹੈ, ਉਹ ਪਹਾੜੀ ਇਲਾਕੇ ਵਿੱਚ ਜਿਹੜੇ ਰਾਜੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ, ਉਹਨਾਂ ਦੇ ਦਿਲਾਂ ਤੱਕ ਜਦੋਂ ਗੂੰਜ ਪਹੁੰਚਦੀ ਹੈ, ਕੰਨਾਂ ਵਿੱਚ ਗੂੰਜ ਪੈਂਦੀ ਹੈ ਤੇ ਸਾਰਾ ਸਰੀਰ ਕੰਬ ਜਾਂਦਾ ਉਹਨਾਂ ਦਾ ਸੁਣ ਕੇ। ਉਹਨਾਂ ਦੇ ਮਨ ਵਿੱਚ ਇਹ ਵਿਚਾਰ ਪ੍ਰਾਪਤ ਹੋ ਜਾਂਦੀ, ਕਿਤੇ ਸਤਿਗੁਰੂ ਜੀ ਸਾਡੇ ਤੇ ਚੜ੍ਹਾਈ ਕਰਕੇ ਨਾ ਆਉਣ। ਇਹ ਮਨ ਵਿੱਚ ਵਿਚਾਰ ਕਰਦੇ ਸਨ, ਸੋਚਦੇ ਸਨ, ਕਿਉਂਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਿਨੋਂ ਦਿਨ ਚੜ੍ਹਤ ਦੂਣੀ ਚੌਣੀ ਵੱਧਦੀ ਜਾਂਦੀ ਹੈ। ਹੁਣ ਜਿੱਥੇ ਸਤਿਗੁਰੂ ਜੀ ਨੂੰ ਸ਼ਸਤਰ ਵਸਤਰ ਚਾਹੀਦੇ, ਉਹ ਸਭ ਕੁਝ ਪ੍ਰਾਪਤ ਹੁੰਦਾ। ਸਿੱਖ ਸੇਵਕ ਮਹਿੰਗੇ ਤੋਂ ਮਹਿੰਗੀ ਕੀਮਤੀ ਭੇਟਾਂ ਅਰਪਣ ਕਰਦੇ ਸਤਿਗੁਰ ਦੇ ਸਨਮੁਖ। ਸਤਿਗੁਰ ਦੀ ਕਿਰਪਾ ਰਹਿਮਤ ਪ੍ਰਾਪਤ ਕਰਦੇ ਨੇ। ਕੋਈ ਹੀਰੇ ਜਵਾਹਰਾਤ, ਸੋਨਾ ਚਾਂਦੀ, ਕੋਈ ਕਿਮਾਂ ਦੀ ਭੇਟ ਲੈ ਕੇ ਆਉਂਦਾ। ਉਹ ਸਾਰੀਆਂ ਭੇਟਾਵਾਂ ਸਤਿਗੁਰ ਦੇ ਸਨਮੁਖ ਜਦੋਂ ਅਰਪਣ ਕੀਤੀਆਂ ਜਾਂਦੀਆਂ, ਵਿਸ਼ੇਸ਼ ਤੌਰ ਤੇ ਵੱਖਰੀ ਕਿਰਪਾ ਰਹਿਮਤ ਵਰਤਦੀ ਏ। ਏਦਾਂ ਇਹ ਬਖਸ਼ਿਸ਼ ਰਹਿਮਤ ਵਰਤਦੀ ਹੁਣ ਥਾਂ ਥਾਂ ਤੇ ਜਿੱਥੋਂ ਜਿੱਥੋਂ ਸਤਿਗੁਰੂ ਦੀ ਲੰਘਦੇ ਨੇ। ਸਤਿਗੁਰ ਦੇ ਸਨਮੁਖ ਪਾ ਕਾਫੀ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਜੁੜਦੀਆਂ ਨੇ ਸਤਿਗੁਰ ਦੇ ਸਨਮੁਖ। ਤੇ ਗੁਰੂ ਸਾਹਿਬ ਵੀ ਕਿਸੇ ਪ੍ਰਕਾਰ ਕੋਈ ਇਦਾਂ ਦੀ ਵਿਚਾਰ ਨਹੀਂ ਪ੍ਰਾਪਤ ਕਰਦੇ, ਇਦਾਂ ਦਾ ਪ੍ਰਚਾਰ ਨਹੀਂ ਕਰਦੇ ਕਿ ਮਨੁੱਖ ਦੁਵਿਧਾ ਵਿੱਚ ਪੈਣ, ਦੁਵਿਧਾ ਦਾ ਸਾਹਮਣਾ ਕਰਨ। ਸਤਿਗੁਰ ਦੇ ਇਹ ਵਚਨ ਸਿੱਖਾਂ ਵਿੱਚ ਪ੍ਰਫੁੱਲਤ ਕਰਦਾ, ਭਾਈ ਸਿੱਖੀ ਪ੍ਰਾਪਤ ਕਰਨੀ ਅਤੀ ਜ਼ਰੂਰੀ ਹੈ, ਸਤਿਗੁਰ ਦੀ ਕਿਰਪਾ ਪ੍ਰਾਪਤ ਕਰਨੀ ਅਤੀ ਜ਼ਰੂਰੀ ਹੈ, ਬਾਣੀ ਨਾਲ ਜੁੜਨਾ ਜ਼ਰੂਰੀ ਹੈ। ਇਹ ਮੇਨ ਤੌਰ ਤੇ ਸਤਿਗੁਰ ਨੇ ਜ਼ਰੂਰੀ ਹਦਾਇਤ ਕਰ ਦਿੱਤੀ ਸਿੱਖਾਂ ਵਾਸਤੇ। ਹੁਣ ਜਿਹੜਾ ਸਿੱਖ ਸਾਡਾ ਪਿਆਰਾ ਹੋਵੇਗਾ, ਬਾਣੀ ਔਰ ਬਾਣੇਦਾਦੀ ਹੋਵੇਗਾ। ਸਤਿਗੁਰ ਦੀ ਉੱਤੇ ਕਿਰਪਾ ਵਰਤੇਗੀ, ਅਸੀਂ ਆਪ ਉਹਦੇ ਵਿੱਚ ਦੀ ਵਰਤਾਂਗੇ। ਹੁਣ ਸਤਿਗੁਰ ਦਾ ਇਦਾਂ ਦਾ ਵਿਚਾਰ ਸਭ ਜਾਣੇ ਨੇ ਜਦੋਂ ਸੁਣਿਆ, ਉਹ ਪਿਆਰ ਦੇ ਨਾਲ ਬਾਣੀ ਪੜ੍ਹਦੇ ਆ, ਸਤਿਗੁਰ ਦੀ ਨਿਤਨੇਮ ਕਰਦੇ ਆ, ਸ਼ਸਤਰ ਵਸਤਰਾਂ ਦਾ ਅਭਿਆਸ ਕਰਦੇ। ਸਤਿਗੁਰ ਦੀ ਕਿਰਪਾ ਰਹਿਮਤ ਵਰਤਦੀ ਹੈ। ਇਦਾਂ ਚੱਲਦੇ ਚੱਲਦੇ ਕੀਰਤਪੁਰ ਦੀ ਧਰਤੀ ਤੇ ਸਤਿਗੁਰ ਜੀ ਪਧਾਰੇ। ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਕੀਤਾ, ਚਲੋ ਭਾਈ ਇੱਥੋਂ ਚਾਲੇ ਪਾ ਕੇ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਚੱਲੀਏ। ਇੱਥੋਂ ਚੱਲ ਕੇ ਨਾਲ ਗੁਲਾਬ ਰਾਏ, ਸਿਆਮ ਸਿੰਘ, ਉਹਨਾਂ ਦੋਨਾਂ ਨੂੰ, ਬਾਬਾ ਸੂਰਜਮਲ ਜੀ ਦੇ ਪੋਤਰੇ, ਉਹਨਾਂ ਦੋਨਾਂ ਨੂੰ ਲੈ ਲਿਆ, ਚੱਲੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ। ਹੁਣ ਰਸਤੇ ਵਿੱਚ ਵੱਡੇ ਨਗਾਰੇ ਦੀ ਗੂੰਜ ਉੱਠਦੀ ਹੈ, ਰਾਈਫਲਾਂ ਵਿੱਚੋਂ ਹਵਾਈ ਫਾਇਰ ਕੀਤੇ ਜਾਂਦੇ ਨੇ। ਵੱਡੇ ਪੱਧਰ ਦੇ ਸਿੱਖ ਸੇਵਕ ਮਸਤੀ ਵਿੱਚ ਝੂਮਦੇ ਨੇ, ਘੋੜੇ ਭਜਾਉਂਦੇ ਆ, ਕਦਾਉਂਦੇ ਆ, ਕਦੇ ਘੋੜਿਆਂ ਨੂੰ ਰੋਕ ਲੈਂਦੇ, ਕਦੇ ਭਜਾ ਲੈਂਦੇ ਨੇ। ਏਦਾਂ ਵੱਡੇ ਕੌਤਕ ਕਰਦੇ ਕਰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਗੱਤਕੇ ਦੇ ਜ਼ੋਰ ਕਰਦੇ ਕਰਦੇ ਅੱਗੇ ਜਾ ਰਹੇ ਨੇ। ਤੇ ਸਤਿਗੁਰੂ ਜੀ ਵੀ ਆਪਣੇ ਸੇਵਕਾਂ ਨੂੰ ਦੇਖ ਕੇ ਬੜੇ ਖੁਸ਼ ਹੁੰਦੇ ਨੇ। ਉਹਨਾਂ ਨੂੰ ਪਤਾ ਕਿ ਜੰਗ ਮੈਦਾਨ ਦੇ ਵਿੱਚ ਅੱਗੇ ਸਮਾਂ ਆਉਣਾ ਏਦਾਂ ਦਾ, ਇਹਨਾਂ ਸਿੱਖਾਂ ਨੇ ਹੱਸ ਹੱਸ ਕੇ ਜਾਨਾਂ ਵਾਰਨੀਆਂ, ਹੱਸ ਹੱਸ ਕੇ ਕੁਰਬਾਨੀਆਂ ਦੇਣੀਆਂ, ਮੱਥੇ ਵੱਟ ਨਹੀਂ ਪਾਉਣਾ, ਮੌਤ ਨੂੰ ਮਖੌਲਾਂ ਕਰਨਗੇ। ਇਦਾਂ ਦੇ ਸਿੱਖ ਸੂਰਮੇ ਆ। ਉਸ ਵਕਤ ਗੁਰੂ ਪਿਆਰਿਓ
ਸਤਿਗੁਰ ਦੀ ਏਦਾਂ ਕਿਰਪਾ ਰਹਿਮਤ ਵਰਤਣਾ ਕੀਤੀ ਤੇ ਸਤਿਗੁਰ ਜੀ ਚੱਲਦੇ ਚੱਲਦੇ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੁੱਜਣ ਲੱਗੇ ਨੇ। ਹੁਣ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੁਨੇਹਾ ਪਹੁੰਚਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ ਰਹੇ, ਉਸ ਵਕਤ ਅਨੰਦਪੁਰ ਦੀ ਧਰਤੀ ਤੇ ਵਾਕਈ ਆਨੰਦ ਦੀ ਲਹਿਰ ਛਾ ਗਈ। ਆਨੰਦ ਦੀ ਖੁਸ਼ੀ ਦੀ ਇੱਕ ਇਦਾਂ ਦੀ ਵਿਚਾਰ ਪ੍ਰਾਪਤ ਹੋ ਗਈ। ਸਭ ਜਾਣਿਆਂ ਨੇ ਆਨੰਦ ਮਾਣਿਆ, ਖੁਸ਼ੀਆਂ ਮਾਣੀਆਂ, ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ। ਆਨੰਦਪੁਰ ਦੀ ਧਰਤੀ ਦੀ ਗਲੀ ਗਲੀ ਮੁਹੱਲਾ ਤੱਕ ਮਹਿਕ ਉੱਠਿਆ ਸਤਿਗੁਰ ਦੀ ਕਿਰਪਾ ਵਰਦੀ। ਤੇ ਮਾਂ ਗੁਜਰੀ ਨੇ ਸਿੱਖਾਂ ਨੂੰ ਕਹਿ ਕੇ ਵੱਡੇ ਪੱਧਰ ਤੇ ਕੜਾਹ ਪ੍ਰਸ਼ਾਦੀ ਦੇਗ ਕਰਵਾਈ। ਸਤਿਗੁਰ ਦੀ ਕਿਰਪਾ ਨਾਲ ਕਹਿੰਦੇ ਕੜਾਹ ਪ੍ਰਸ਼ਾਦੀਆਂ ਵੱਡੇ ਪੱਧਰ ਤੇ ਦੇਗਾਂ ਤਿਆਰ ਕਰੋ। ਉਹ ਦੇਗਾਂ ਤਿਆਰ ਕੀਤੀਆਂ ਗਈਆਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰਸਤੇ ਵਿੱਚ ਤੁਰੇ ਆਉਂਦੇ ਆ। ਜਿਨ੍ਹਾਂ ਨੇ ਦਰਸ਼ਨ ਕੀਤੇ ਆ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਗਈ, ਮਨ ਨੂੰ ਸਕੂਨ ਆਨੰਦ ਪ੍ਰਾਪਤ ਹੋ ਗਿਆ। ਕਿਉਂਕਿ ਸਤਿਗੁਰ ਦੇ ਦਰਸ਼ਨ ਹੈ ਹੀ ਇਦਾਂ ਦੇ, ਸਤਿਗੁਰ ਦੀ ਕਿਰਪਾ ਹੈ ਹੀ ਇਦਾਂ ਦੀ। ਜਿਨ੍ਹਾਂ ਨੇ ਤੇ ਸਤਿਗੁਰ ਦੀ ਕਿਰਪਾ ਪ੍ਰਾਪਤ ਕਰ ਲਈ ਹੈ ਪਿਆਰਿਓ, ਉਹਨਾਂ ਨੂੰ ਸੰਸਾਰ ਦੇ ਵਿੱਚ ਹੋਰ ਵਸਤਾਂ ਦੀ ਲੋੜ ਨਹੀਂ ਪਈ, ਹੋਰ ਜਿਹੜੇ ਸੰਸਾਰਕ ਵਿਚਾਰਾਂ ਨੇ ਉਹਨਾਂ ਦੀ ਲੋੜ ਨਹੀਂ ਪਈ। ਕਿਉਂਕਿ ਸਤਿਗੁਰ ਨੇ ਫਿਰ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰ ਦਿੱਤੀਆਂ। ਸਤਿਗੁਰ ਨੇ ਕਿਰਪਾ ਕਰ ਦਿੱਤੀ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸੈ ਕਾਮ ਤੇਨਾ। ਏਦਾਂ ਦਾ ਸਤਿਗੁਰ ਦੀ ਇੱਛਾ ਪੂਰਨ ਵਾਲਾ ਕਰਨ ਵਾਲਾ ਸਤਿਗੁਰੂ ਹੈ। ਉਹਨੇ ਇੱਛਾ ਪੂਰੀਆਂ ਕਰ ਦਿੱਤੀ ਹੈ। ਮਨ ਵਿੱਚ ਕੋਈ ਖੁਆਇਸ਼ ਰਹੀ ਨਹੀਂ ਮੰਗਣ ਦੀ, ਸਭ ਦਾਤਾਂ ਪੂਰੀਆਂ ਹੋ ਗਈਆਂ। ਹੁਣ ਏਦਾਂ ਦੇ ਗੁਰੂ ਸਾਹਿਬ ਜੀ ਆ। ਚਲਦੇ ਚਲਦੇ ਜਦੋਂ ਏਦਾਂ ਪ੍ਰਾਪਤੀ ਹੋਈ ਨਾ, ਸੁਨੇਹਾ ਮਿਲਿਆ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਸਤਿਗੁਰ ਜੀ ਆ ਰਹੇ ਨੇ। ਮੁਖ ਫੇਰਨਾ ਕੀਤਾ ਸਤਿਗੁਰ ਨੇ ਇੱਧਰ ਵੱਲ, ਤੇ ਇੱਕ ਦੂਜੇ ਨੂੰ ਵਧਾਈਆਂ ਦਿੰਦੇ, ਖੁਸ਼ੀਆਂ ਮਾਣਦੇ। ਆਨੰਦ ਛਾ ਗਿਆ ਅਨੰਦਪੁਰ ਦੀ ਧਰਤੀ ਤੇ, ਗਲੀ ਮੁਹੱਲੇ ਸਭ ਥਾਂ। ਹੁਣ ਸਤਿਗੁਰੂ ਜੀ ਨੇ ਹੁਕਮ ਕਰ ਦਿੱਤਾ, ਕਹਿੰਦੇ ਸਭ ਤੋਂ ਪਹਿਲੇ ਭਾਈ ਅਸੀਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੇ ਦੋਹਰੇ ਵਿਖੇ ਜਾਵਾਂਗੇ, ਜਿੱਥੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਪਵਿੱਤਰ ਸੀਸ ਦਾ ਸੰਸਕਾਰ ਕੀਤਾ ਅਨੰਦਪੁਰ ਦੀ ਧਰਤੀ ਤੇ। ਉੱਥੇ ਪਹਿਲਾਂ ਪਧਾਰਾਂਗੇ, ਪਹੁੰਚਾਂਗੇ। ਤੇ ਸਿੱਖਾਂ ਨੂੰ ਕਹੋ ਉੱਥੇ ਦੀ ਸਥਾਨ ਦੀ ਤਿਆਰੀ ਕਰੋ ਭਾਈ। ਉਸੇ ਤਰ੍ਹਾਂ ਕਿਹਾ, ਉਸੇ ਤਰ੍ਹਾਂ ਵਿਚਾਰ ਕੀਤੀ ਗਈ। ਔਰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਦੇ ਸਾਰੀ ਵਿਚਾਰ ਦੇ ਆਧਾਰ ਤੇ ਦਰਸ਼ਨ ਕਰਵਾਏ ਗਏ। ਛੇਵੇਂ ਪਾਤਸ਼ਾਹ ਉਸ ਵਕਤ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਦੇ ਪੋਤਰੇ, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਇਹ ਜਦੋਂ ਇੱਥੇ ਪਹੁੰਚੇ ਨੇ, ਲੋਕ ਦੇਖਦੇ ਆ ਕਿ ਵਾਕਈ ਗੁਰੂ ਹਰਗੋਬਿੰਦ ਮਹਾਰਾਜ ਜੀ ਵਰਗੀ ਇਹਨਾਂ ਦੀ ਠਾਠ ਹੈ, ਇਹਨਾਂ ਦਾ ਉਦਾਂ ਦਾ ਰੂਪ ਹੈ, ਉਦਾਂ ਦੀ ਵਿਚਾਰ, ਉਦਾਂ ਹੀ ਕਲਗੀ ਸਜਾ ਕੇ ਰੱਖਦੇ, ਹੱਥ ਵਿੱਚ ਬਾਜ ਰੱਖਦੇ, ਤੀਰਾਂ ਦੇ ਨਾਲ ਪੱਥਾ ਭਰ ਕੇ ਰੱਖਦੇ, ਘੋੜੇ ਤੇ ਸਵਾਰੀ ਕਰਦੇ, ਲੰਮਾ ਚੋਲਾ ਪਹਿਨਦੇ ਨੇ। ਪੂਰਨ ਤੌਰ ਤੇ ਸਤਿਗੁਰੂ ਜੀ ਉਸੇ ਤਰ੍ਹਾਂ ਹੀ ਆਰ ਸ਼ਿੰਗਾਰ ਕਰਦੇ ਨੇ। ਇਦਾਂ ਲੋਕ ਦੇਖਦੇ। ਹੁਣ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਨੇ ਪਹਿਲਾਂ ਬਚਨ ਕਹਿ ਦਿੱਤੇ ਸਨ ਕਿ ਭਾਈ ਸਾਡੇ ਪੁੱਤਰ ਤੇਗ ਬਹਾਦਰ, ਛੋਟੇ ਪੁੱਤਰ ਤੇਗ ਬਹਾਦਰ ਦੇ ਗ੍ਰਹਿ ਵਿਖੇ ਇਦਾਂ ਦਾ ਪੁੱਤਰ ਪ੍ਰਾਪਤ ਹੋਵੇਗਾ। ਇੱਕ ਸਵਾ ਲੱਖ ਹੀ ਉਹ ਪੁੱਤਰ ਕਈਆਂ ਤੇ ਭਾਰੂ ਪਰੇ ਪਵੇਗਾ। ਉਹ ਯੋਧਾ ਮਹਾਬਲੀ ਹੋਵੇਗਾ, ਵੱਡੀਆਂ ਪਦਵੀਆਂ ਪ੍ਰਾਪਤ ਕਰਨ ਵਾਲਾ ਹੋਵੇਗਾ। ਦੁਨੀਆ ਦੇ ਲੋਕ ਉਹਨਾਂ ਨੂੰ ਸਿਜਦਾ ਕਰਨਗੇ, ਝੁਕਣਗੇ ਉਹਨਾਂ ਦੇ ਸਨਮੁਖ। ਇਦਾਂ ਦਾ ਪੁੱਤਰ ਹੋਵੇਗਾ। ਹੁਣ ਕਹਿੰਦੇ ਜਦੋਂ ਅਨੰਦਪੁਰ ਦੀ ਧਰਤੀ ਤੇ ਸਤਿਗੁਰੂ ਜੀ ਇਧਰ ਪੌਂਟਾ ਸਾਹਿਬ ਦੀ ਧਰਤੀ ਤੋਂ ਚੱਲ ਕੇ ਇੱਥੇ ਪਹੁੰਚੇ ਨੇ, ਤੇ ਸਿੱਖ ਸੇਵਕ ਉਸ ਗੱਲ ਦਾ ਵਿਚਾਰ ਦਾ ਅਨੁਮਾਨ ਲਾ ਰਹੇ ਨੇ ਕਿ ਵਾਕਈ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਨੇ ਜੋ ਬਚਨ ਕਹੇ ਉਹ ਪੂਰੇ ਆ। ਉਸ ਬਚਨਾਂ ਦੇ ਉੱਤੇ ਬਖਸ਼ਿਸ਼ ਵਰਤੀ ਹੈ। ਇਦਾਂ ਕਰਕੇ
ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤਣਾ ਕੀਤੀ ਪਿਆਰਿਓ। ਸਤਿਗੁਰੂ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ। ਉਸ ਵਕਤ ਸਿੱਖ ਸੇਵਕਾਂ ਦੀ ਖੈਰ ਸੁਖ ਸਤਿਗੁਰੂ ਦੀ ਪੁੱਛ ਰਹੇ। ਸਭ ਜਾਣੇ ਸਤਿਗੁਰੂ ਦੇ ਸਨਮੁਖ ਨਿਮਰਤਾ ਸਹਿਤ ਨਤਮਸਤਕ ਹੁੰਦੇ ਨੇ। ਸਤਿਗੁਰੂ ਜੀ ਦੇ ਵਾਸਤੇ ਉਹ ਕਾਲੀ ਦੇ ਵਿੱਚ ਛੇਤੀ ਦੇਣੇ, ਜਿਹਦੇ ਹੱਥ ਵਿੱਚ ਜੋ ਵਸਤ ਘਰੋਂ ਪ੍ਰਾਪਤ ਹੋ ਗਈ ਲੱਗ ਗਈ, ਉਹ ਵਸਤ ਲੈ ਕੇ ਸਤਿਗੁਰ ਦੇ ਸਨਮੁਖ ਪਹੁੰਚ ਰਹੇ ਨੇ। ਕਈਆਂ ਦੇ ਹੱਥ ਵਸ ਦੇ ਵਿੱਚ ਤੁੱਛ ਮਾਤਰ ਵਸਤੂ ਪ੍ਰਾਪਤ ਹੋਈ ਹੈ, ਉਹ ਸਤਿਗੁਰ ਨੂੰ ਭੇਟਾ ਕਰਦੇ ਪਿਆਰ ਦੇ ਵਿੱਚ। ਕਈਆਂ ਦੇ ਹੱਥ ਵਸ ਦੇ ਵਿੱਚ ਬਹੁਤਾ ਧਨ ਦੌਲਤ ਪ੍ਰਾਪਤ ਹੋਇਆ, ਰੀਝ ਵਰਾਤ ਪ੍ਰਾਪਤ ਹੋਏ। ਉਸ ਮੁਤਾਬਕ ਉਹਨਾਂ ਨੇ ਸਤਿਗੁਰ ਜੀ ਨੂੰ ਆਰਾਧਨਾ ਕੀਤਾ, ਸਤਿਗੁਰੂ ਜੀ ਦੇ ਸਨਮੁਖ ਸੇਵਾ ਕਰਨ ਦੀ ਵਿਚਾਰ ਕੀਤੀ। ਹੁਣ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤਣਾ ਕੀਤੀ ਹੈ ਪਿਆਰਿਓ। ਏਦਾਂ ਸਮਾਂ ਬਤੀਤ ਹੁੰਦਾ ਗਿਆ। ਆਨੰਦਪੁਰ ਦੀ ਧਰਤੀ ਦੇ ਆਨੰਦ ਮੰਗਲ ਬਣਨੇ ਸ਼ੁਰੂ ਹੋ ਗਏ। ਸਤਿਗੁਰੂ ਦੀ ਕਿਰਪਾ ਹੀ ਬਾਅਦ ਵਿੱਚ ਸਤਿਗੁਰੂ ਜੀ ਦੇ ਮਹਿਲ ਦੋਨੇ ਮਹਿਲ ਉਹਨਾਂ ਨੇ ਸਤਿਗੁਰ ਦੇ ਸਨਮੁਖ ਪਾਵਨ ਪਵਿੱਤਰ ਚਰਨਾਂ ਤੇ ਆ ਕੇ ਨਮਸਕਾਰ ਕੀਤੀ ਹੈ। ਇਦਾਂ ਦੇ ਬਚਨ ਬੋਲਣ ਲੱਗੇ, ਸਤਿਗੁਰੂ ਜੀ ਸਾਡੇ ਬਹੁਤ ਵੱਡੇ ਉੱਤਮ ਭਾਗ ਨੇ, ਚੰਗੇ ਕਰਮ ਨੇ, ਕੋਈ ਬਹੁਤ ਪੁੰਨ ਕੀਤੇ ਆ ਸਾਡੇ, ਜਿਹਦੇ ਕਾਰਨ ਕਰਕੇ ਅਸੀਂ ਤੁਹਾਡੇ ਚਰਨਾਂ ਦੀਆਂ ਦਾਸੀਆਂ ਬਣੀਆਂ ਏ, ਤੁਹਾਡੇ ਮਹਿਲ ਬਣੇ ਆ। ਉਸ ਵੇਲੇ ਸਤਿਗੁਰੂ ਜੀ ਨੂੰ ਇਦਾਂ ਨਿਮਰਤਾ ਦੇ ਨਾਲ ਬੇਨਤੀ ਪੈ ਕਰਦੇ ਨੇ। ਦੋਨੇ ਮਹਿਲ ਸਤਿਗੁਰੂ ਦੇ ਉਪਰੰਤ ਮਾਂ ਗੁਜਰੀ ਸਤਿਗੁਰੂ ਜੀ ਦੇ ਸਨਮੁਖ ਪਹੁੰਚੇ। ਉਹਨਾਂ ਨੇ ਆਪਣੇ ਪੁੱਤਰ ਦੇ ਮੱਥੇ ਨੂੰ ਚੁੰਮਿਆ, ਪਿਆਰ ਦੇ ਵਿੱਚ, ਲਾਡ ਦੇ ਵਿੱਚ ਚੁੰਮ ਕੇ ਉਹਨਾਂ ਤੋਂ ਧਨ ਦੌਲਤ ਦੀ ਥੈਲੀ ਵਾਰ ਕੇ ਗਰੀਬਾਂ ਦੇ ਵਿੱਚ ਵੰਡ ਦਿੱਤੀ ਤੇ ਵੱਡੇ ਪਦਵੀ ਦੇ ਮਾਲਕ ਹੋਣ ਦੀ ਅਸੀਸ ਦਿੱਤੀ ਹੈ। ਇਦਾਂ ਸਤਿਗੁਰੂ ਜੀ ਫਿਰ ਵੱਡੇ ਪੰਡਾਲ ਦੇ ਵਿੱਚ ਪਹੁੰਚੇ ਨੇ, ਜਿੱਥੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਪਵਿੱਤਰ ਸੀਸ ਦਾ ਸੰਸਕਾਰ ਕੀਤਾ। ਉੱਥੇ ਪਹੁੰਚੇ ਆਪਣੇ ਪਿਤਾ ਜੀ ਦੇ ਪਵਿੱਤਰ ਸਥਾਨ ਤੇ ਪਹੁੰਚ ਕੇ ਉਹਨਾਂ ਨੇ ਅਰਦਾਸ ਬੇਨਤੀ ਕੀਤੀ, ਸ਼ੁਕਰਾਨਾ ਕੀਤਾ ਪਰਮਾਤਮਾ ਦਾ ਤੇ ਧੰਨਵਾਦ ਸ਼ੁਕਰਾਨਾ ਕਰਦਿਆਂ ਬਾਅਦ ਵਿੱਚ ਸਤਿਗੁਰੂ ਜੀ ਦੀ ਕਿਰਪਾ ਵਰਤੀ। ਉਸ ਵਕਤ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਉਹਨਾਂ ਨੇ ਆਨੰਦ ਪ੍ਰਾਪਤ ਕਰਨਾ ਕੀਤੇ ਨੇ। ਆਨੰਦਪੁਰ ਦੀ ਧਰਤੀ ਨੇ ਆਨੰਦ ਬਣਨਾ ਕੀਤੇ। ਸੰਗਤਾਂ ਨੂੰ ਜਿਉਂ-ਜਿਉਂ ਪਤਾ ਲੱਗਿਆ ਤਿਉਂ-ਤਿਉਂ ਬਹੀਰਾ ਕੱਦ ਦੇ ਸਤਿਗੁਰ ਦੇ ਸਨਮੁਖ ਪਹੁੰਚਣ ਲੱਗੇ ਨੇ। ਇਦਾਂ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਣਨਾ ਕੀਤੀ ਹੈ। ਇਸ ਵਿਚਾਰ ਦੇ ਆਧਾਰ ਤੇ ਆਨੰਦਪੁਰ ਦੀ ਧਰਤੀ ਤੇ ਆਨੰਦ ਬਣਨਾ ਕੀਤੇ ਨੇ। ਤਾਂ ਤੇ ਆਓ ਪਿਆਰੀ ਸੰਗਤ ਜੀਓ, ਅਗਲੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ, ਕਿਵੇਂ ਕਰਕੇ ਸਤਿਗੁਰੂ ਜੀ ਆਨੰਦਪੁਰ ਦੀ ਧਰਤੀ ਤੇ ਹੁਣ ਅੱਗੇ ਵੱਡੀਆਂ ਵੱਡੀਆਂ ਵਿਚਾਰਾਂ ਕਰਦੇ ਨੇ, ਕਾਰਜ ਕਰਦੇ, ਕੀ ਵਿਚਾਰ ਬਣਦੀ, ਕਿਵੇਂ ਕਰਕੇ ਸਤਿਗੁਰੂ ਜੀ ਆਨੰਦਪੁਰ ਦੀ ਧਰਤੀ ਤੇ ਬਖਸ਼ਿਸ਼ਾਂ ਵਰਤਾ ਰਹੇ ਨੇ। ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਆਓ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ। ਸਤਿਗੁਰੂ ਜੀ ਕਿਰਪਾ ਕਰਦੇ ਨੇ।